ਮੰਮਾ ਕਹਿੰਦੀ ਵੀ ਚਲੋ ਮੈਂ ਸਿੱਟਦੀ ਹਾਂ। ਫਿਰ ਮੇਰੇ ਡੈਡੀ ਜੀ ਕਹਿੰਦੇ ਵੀ ਜਿੱਥੇ ਇਹਨਾਂ ਨੂੰ ਪਾਲਾਂਗੇ ਉੱਥੇ ਇਹਨੂੰ ਵੀ ਪਾਲ ਹੀ ਲਵਾਂਗੇ। ਫਿਰ ਮੇਰੇ ਡੈਡੀ ਨੇ ਮੈਨੂੰ ਚੱਕ ਲਿਆ ਸੀਗਾ, ਸੀਨੇ ਨਾਲ ਲਾ ਲਿਆ ਸੀਗਾ। ਇੱਕ ਟਾਈਮ ਇਹੋ ਜਿਹਾ ਸਾਲ ਸੀਗਾ ਵੀ ਸਾਡੇ ਬਿਲਕੁਲ ਵੀ ਕੁਛ ਵੀ ਖਾਣ ਨੂੰ ਨਹੀਂ ਸੀਗਾ, ਗੁਜ਼ਾਰਾ ਸਾਡੀ ਕਮਾਈ ਦਾ ਸਾਧਨ ਕੋਈ ਨਹੀਂ ਸੀਗਾ। ਮੇਰੇ ਮੰਮਾ ਜੀ ਨੇ 35 ਸਾਲ ਸਕੂਲਾਂ ਦੇ ਵਿੱਚ ਕੰਮ ਕੀਤਾ ਗਾ, ਜਿਸ ਕਰਕੇ ਹੁਣ ਉਹ ਬਿਲਕੁਲ ਬੈਠੇ ਨੇ, ਡੈਡੀ ਵੀ ਬੈਠੇ ਨੇ, ਬ੍ਰਦਰ ਹੈ ਉਹ ਵੀ ਨਹੀਂ ਕੰਮ ਕਰ ਸਕਦੇ। ਮੈਨੂੰ ਮੈਚ ਖੇਡਣੇ ਪੈਂਦੇ ਨੇਗੇ ਅਤੇ ਉਹਨਾਂ 'ਤੇ ਜਿਹੜੇ ਉੱਥੋਂ 1000-2000 ਰੁਪਈਆ ਬਣਦਾ ਉਹਨਾਂ 'ਤੇ ਸਾਡਾ ਘਰ ਚੱਲਦਾ। ਉਹ ਵੀ ਛਿੜਕੀ ਗਈ ਜਦੋਂ ਮੇਰੀ ਇੰਜਰੀ ਹੋ ਗਈ ਸੀ ਗੋਡੇ 'ਚ, ਅਤੇ ਉਸ ਟਾਈਮ ਮੈਨੂੰ ਨਾ ਸ਼ੇਰ ਦਾ ਖਿਤਾਬ ਦਿੱਤਾ ਗਿਆ ਸੀਗਾ। ਮੈਨੂੰ ਉਨੀ ਘਰ ਦੇ ਵਿੱਚ ਕੋਈ ਡਾਈਟ ਨਹੀਂ ਮਿਲਦੀ ਸੀਗੀ, ਮੇਰੀ ਘਰ ਦੀ ਤੰਗੀ ਕਾਰਨ ਇੰਨੀ ਹਾਲਤ ਤਰਸਯੋਗ ਸੀਗੀ, ਜਿਸ ਕਰਕੇ ਮੈਨੂੰ ਡਾਈਟ ਵੀ ਨਹੀਂ ਮਿਲਦੀ। ਪਰ ਬਾਬਾ ਪ੍ਰੀਤਮ ਦਾਸ ਜੀ ਨੇ ਮੈਨੂੰ ਉੱਥੋਂ ਡਾਈਟ ਦਿੱਤੀ। ਇੰਨੇ ਸਾਲ ਹੋ ਗਏ ਸੀ, ਕਦੇ ਵੀ ਪੰਜਾਬ ਦਾ ਮੈਡਲ ਨਹੀਂ ਆਇਆ ਸੀ। 36-37 ਸਾਲਾਂ ਬਾਅਦ ਪੰਜਾਬ ਦਾ ਮੈਡਲ ਆਇਆ ਸੀ। ਮੈਂ ਆਪਦੇ ਆਪ ਨੂੰ ਬਹੁਤ ਖੁਸ਼ਨਸੀਬ ਸਮਝਿਆ। ਸਾਨੂੰ ਸਰਕਾਰ ਵੱਲੋਂ ਵੀ ਕੋਈ ਸਹਾਇਤਾ ਨਹੀਂ ਮਿਲੀ, ਕਿਸੇ ਵੀ NRI ਭਰਾ ਤੋਂ ਕਦੇ ਵੀ ਕੋਈ ਸਹਾਇਤਾ ਨਹੀਂ ਮਿਲੀ। ਮੈਂ ਸੋਚ ਰੱਖਿਆ ਸੀ ਵੀ ਮੈਂ ਮਜ਼ਦੂਰੀ ਨਹੀਂ ਕਰਨੀ, ਮੈਂ ਕੁਛ ਕਰਨਾ ਹੈਗਾ ਵੀ ਜਿਹਦੇ ਨਾਲ ਮੇਰਾ ਅੱਗੇ ਫਿਊਚਰ ਬਣ ਸਕੇ। ਪਰ ਸਰਕਾਰ ਅੱਗੇ ਮੈਨੂੰ ਨਹੀਂ ਲੱਗਦਾ ਵੀ ਅੱਗੇ ਸਾਡਾ ਫਿਊਚਰ ਬਣ ਸਕੂਗਾ, ਕਿਉਂਕਿ ਅੱਜ ਮੈਡਲ ਹੋ ਕੇ ਵੀ ਅੱਜ ਆਪਦੇ ਘਰੇ ਬੈਠੇ ਹਾਂ, ਰੋਟੀ ਤੋਂ ਤਰਸ ਰਿਹਾ। ਇਹੋ ਜਿਹਾ ਟਾਈਮ ਹੋ ਰਿਹਾ ਵੀ ਸਾਨੂੰ ਮਜ਼ਦੂਰੀ ਕਰਨ ਦਾ ਟਾਈਮ ਹੋ ਰਿਹਾ। ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। ਅੱਜ ਤੁਹਾਡੀ ਮੁਲਾਕਾਤ ਕਬੱਡੀ ਪਲੇਅਰ ਸ਼ਿੰਦਰਪਾਲ ਕੌਰ ਦੇ ਨਾਲ ਕਰਵਾਵਾਂਗੇ, ਜੋ ਕਿ ਸੀਨੀਅਰ ਨੈਸ਼ਨਲ ਮੈਡਲਿਸਟ ਰਹਿ ਚੁੱਕੇ ਨੇ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਜੇਕਰ ਦੂਜੇ ਪਾਸੇ ਘਰ ਦੇ ਹਾਲਾਤਾਂ ਦੀ ਗੱਲ ਕਰੀਏ ਤੇ ਘਰ ਦੇ ਹਾਲਾਤ ਬੇहद ਤਰਸਯੋਗ ਨੇ। 6 ਭੈਣਾਂ ਨੇ, 9 ਭੈਣਾਂ ਸੀ ਜਿਨ੍ਹਾਂ ਦੇ ਵਿੱਚੋਂ 3 ਦੀ ਮੌਤ ਹੋ ਗਈ ਤੇ ਇਹਨਾਂ 6 ਭੈਣਾਂ ਦਾ ਇੱਕ ਭਰਾ ਹੈ ਜੋ ਕਿ ਬੋਲ ਨਹੀਂ ਸਕਦਾ, ਸੁਣ ਨਹੀਂ ਸਕਦਾ। ਮਾਤਾ ਜੀ ਬਜ਼ੁਰਗ ਨੇ, ਉਹਨਾਂ ਨੂੰ ਚੱਲਣ ਫਿਰਨ ਦੇ ਵਿੱਚ ਦਿੱਕਤ ਆਉਂਦੀ ਹੈ ਤੇ ਪਿਤਾ ਜੀ ਦਿਹਾੜੀ ਟੱਪਾ ਕਰਕੇ ਘਰ ਦਾ ਗੁਜ਼ਾਰਾ ਕਰਦੇ ਨੇ। ਤੇ ਸਾਡੇ ਨਾਲ ਸ਼ਿੰਦਰਪਾਲ ਕੌਰ ਮੌਜੂਦ ਹੈ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਜਿਹੜਾ ਸੰਘਰਸ਼ ਕੀਤਾ ਉਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ। ਸ਼ਿੰਦਰਪਾਲ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ, ਬਹੁਤ ਧੰਨਵਾਦ ਜੀ, ਤੁਸੀਂ ਮੇਰੇ ਲਈ ਇੰਨਾ ਕੁ ਟਾਈਮ ਕੱਢਿਆ। ਸ਼ਿੰਦਰਪਾਲ, ਸ਼ੁਰੂ ਤੋਂ ਜੇਕਰ ਜਨਮ ਦੀ ਗੱਲ ਕਰੀਏ, ਜਨਮ ਤੋਂ ਹੀ ਤੁਹਾਡੇ ਲਈ ਬਹੁਤ ਸੰਘਰਸ਼ ਫੁੱਲ ਰਿਹਾ ਹੈ, ਕਿਉਂਕਿ ਸ਼ੁਰੂ ਤੋਂ ਹੀ ਬਹੁਤ ਸਾਰੀਆਂ ਦਿੱਕਤਾਂ ਆਉਣੀਆਂ ਸ਼ੁਰੂ ਹੋ ਗਈਆਂ। ਉਹ ਪੂਰਾ ਜਿਹੜੇ ਹੈਗੇ ਸਾਨੂੰ ਆਪਣੀ ਸੰਘਰਸ਼ ਭਰੀ ਕਹਾਣੀ ਦੱਸੋ ਸਟਾਰਟਿੰਗ ਤੋਂ। ਜਦੋਂ ਮੇਰਾ ਜਨਮ ਹੋਇਆ ਸੀਗਾ ਜੀ, ਜਖੇਪਲ ਮੇਰਾ ਜਨਮ ਹੋਇਆ ਸੀਗਾ, ਅਤੇ ਉਸ ਟਾਈਮ ਮਤਲਬ ਮੇਰੀ ਮੰਮੀ ਕੋਲ ਤਕਰੀਬਨ 8 ਕੁੜੀਆਂ ਸੀ, ਮੈਂ 9ਵੀਂ ਸੀ ਜਦੋਂ ਹੋਈ। ਤਾਂ ਉਸ ਤੋਂ ਬਾਅਦ ਮੈਨੂੰ ਜਿਹੜਾ ਹੌਸਪੀਟਲ ਹੈਗਾ ਉੱਥੇ ਫੱਟਾ ਹੁੰਦਾ, ਉੱਥੇ ਪਾ ਦਿੱਤਾ ਗਿਆ ਸੀ। ਉਸ ਟਾਈਮ ਸਰਦੀ ਦਾ ਬਹੁਤ ਟਾਈਮ, ਮਤਲਬ ਬਹੁਤ ਜ਼ਿਆਦਾ ਠੰਡ ਪੈਂਦੀ ਸੀਗੀ, ਅਤੇ ਉਸ ਟਾਈਮ ਮੈਂ ਸਾਰੀ ਰਾਤ ਰੋਈ ਬਿਲਕੀ ਗਈ। ਅਤੇ ਉਸ ਤੋਂ ਬਾਅਦ ਸੁਬਾਹ ਜਦੋਂ ਮੇਰੇ ਡੈਡੀ ਮੰਮੀ ਕੋਲ ਆਏ ਅਤੇ ਉਹਨਾਂ ਨੇ ਵੇਖਿਆ, ਪੁੱਛਿਆ ਵੀ ਕਿਹਦਾ ਬੱਚਾ ਰੋ ਰਿਹਾ ਹੈਗਾ। ਨਰਸ ਸਟਾਫ ਨੂੰ ਵੀ ਪੁੱਛਿਆ ਕਿਸੇ ਨੂੰ ਵੀ ਕਿਹਦਾ ਬੱਚਾ, ਉਹ ਕਹਿੰਦੇ ਕੋਈ ਗੱਲ ਨਹੀਂ ਵੀ ਆਪਾਂ ਪੁੱਛ ਲੈਂਦੇ ਹਾਂ ਕਿਹਦਾ। ਜਦੋਂ ਵੀ ਮੇਰੀ ਮੰਮੀ ਕੋਲ ਗਏ ਵੀ ਜਿਹੜਾ ਆਪਣੇ ਬੱਚਾ ਹੋਇਆ ਸੀ ਉਹ ਕਿੱਥੇ ਆ, ਉਹ ਕਹਿੰਦੀ ਫਿਰ ਮੇਰੇ ਨਾਲ ਮਤਲਬ ਮੇਰੀ ਮੰਮਾ ਨਾਲ ਜੋ ਨਾਲ ਸੀਗੇ ਤਾਈ ਜੀ, ਉਹ ਕਹਿੰਦੇ ਵੀ ਉਹ ਉਹੀ ਬੱਚਾ ਹੈਗਾ। ਫਿਰ ਮੇਰੇ ਡੈਡੀ ਨੇ ਮੈਨੂੰ ਚੱਕ ਲਿਆ ਸੀਗਾ, ਸੀਨੇ ਨਾਲ ਲਾ ਲਿਆ ਸੀਗਾ। ਉਸ ਤੋਂ ਬਾਅਦ ਫਿਰ ਮੇਰੇ ਮੰਮਾ ਜੀ ਕਹਿੰਦੇ ਵੀ ਮੈਂ ਉਦੋਂ ਹੀ ਘਰ ਜਾਣਾ ਜਿੰਨਾ ਟਾਈਮ ਇਹਨੂੰ ਨਹਿਰ 'ਚ ਨਹੀਂ ਸੁੱਟਦੇ ਹੈਗੇ। ਫਿਰ ਰਸਤੇ ਦੇ ਵਿੱਚ ਜਖੇਪਲ ਰਾਹ ਦੇ ਨਾਲ ਹੀ ਮਤਲਬ ਕਣਕਵਾਲ ਪਿੰਡ ਪੈਂਦਾ, ਉੱਥੇ ਨਹਿਰ ਹੈਗੀ, ਅਤੇ ਉੱਥੇ ਮੰਮਾ ਜੀ ਸਾਰੇ ਕੋਈ ਕਦੇ ਕੋਈ ਕਹਿ ਰਿਹਾ ਸੀ ਵੀ ਤੂੰ ਸਿੱਟ, ਉਹ ਕਹਿ ਰਿਹਾ ਸੀ ਤੂੰ ਸਿੱਟ। ਮੰਮਾ ਕਹਿੰਦੀ ਵੀ ਚਲੋ ਮੈਂ ਸਿੱਟਦੀ ਹਾਂ। ਫਿਰ ਮੇਰੇ ਡੈਡੀ ਜੀ ਕਹਿੰਦੇ ਵੀ ਜਿੱਥੇ ਇਹਨਾਂ ਨੂੰ ਪਾਲਾਂਗੇ ਉੱਥੇ ਇਹ ਵੀ ਇਹਨੂੰ ਵੀ ਪਾਲ ਹੀ ਲਵਾਂਗੇ। 9 ਭੈਣਾਂ ਸੀ, ਤੁਸੀਂ 3 ਦੀ ਜਿਹੜੀ ਹੈਗੀ ਉਹ ਡੈਥ ਹੋ ਗਈ ਤੇ 6 ਭੈਣਾਂ, ਤੇ ਉਹ ਤਿੰਨਾਂ ਨੂੰ ਕੀ ਹੋਇਆ ਸੀਗਾ? 3 ਤਕਰੀਬਨ ਇੱਕ 1.5 ਸਾਲ ਦੀ ਸੀ, ਉੱਦਾਂ ਹੀ ਗੁਜ਼ਰ ਗਈ ਸੀ। ਇੱਕ 12 ਕੁ ਦਿਨਾਂ ਦੀ ਸੀ, ਇੱਕ 15 ਦਿਨਾਂ ਦੀ ਸੀਗੀ। ਉੱਦਾਂ ਹੀ ਜਾਨੀ ਕਿ ਕਮਜ਼ੋਰੀ ਕਰਕੇ ਗੁਜ਼ਰ ਗਏ ਸੀ। ਮੰਮੀ ਨੂੰ ਕੋਈ ਖੁਰਾਕ ਨਹੀਂ ਸੀਗੀ, ਤਾਂ ਕਰਕੇ ਉਸ ਟਾਈਮ ਹਾਲਾਤ ਬਹੁਤ ਬੱਤਰ ਸੀ, ਅਤੇ ਕੋਈ ਕਮਾਈ ਦਾ ਸਾਧਨ ਨਹੀਂ ਸੀ। ਮੇਰੇ ਫਾਦਰ ਸਾਹਿਬ ਤੋਂ ਬਿਨਾਂ ਕੋਈ ਕਮਾਈ ਨਹੀਂ ਹੁੰਦੀ ਸੀ ਉਸ ਟਾਈਮ। ਬਾਕੀ ਤਕਰੀਬਨ ਇੰਨੀਆਂ ਭੈਣਾਂ ਸੀ, ਤਾਂ ਕਰਕੇ। ਬ੍ਰਦਰ ਵੀ ਆ, ਬੋਲ ਨਹੀਂ ਸਕਦੇ, ਸੁਣ ਨਹੀਂ ਸਕਦੇ, ਉਹ ਜਨਮ ਤੋਂ ਹੀ ਐਵੇਂ? ਹਾਂਜੀ, ਉਹ ਜਮਾਂਦਰੂ ਹੀ ਨੇਗੇ, ਨਾ ਤਾਂ ਉਹ ਬੋਲ ਸਕਦੇ ਨਾ ਹੀ ਉਹ ਸੁਣ ਸਕਦੇ ਨੇ। ਪਰ ਅਸੀਂ ਕਈ ਡਾਕਟਰਾਂ ਨੂੰ ਦਿਖਾਇਆ ਵੀ, ਪਟਿਆਲੇ ਦਿਖਾਇਆ ਸੀ, ਉਹ ਕਹਿੰਦੇ ਵੀ ਜਿਹੜੀ ਇਹਨਾਂ ਦੀ ਨਾੜ ਹੈਗੀ ਜਮਾਂਦਰੂ ਚਿਪੀ ਹੋਈ ਹੈਗੀ, ਵੀ ਜੇ ਉਹ ਵੀ ਜੇ 18 ਸਾਲ ਤੋਂ ਬਾਅਦ ਉਹਦੀ ਆਪਰੇਸ਼ਨ ਹੋ ਸਕਦਾ। ਪਰ ਇੰਨੇ ਸਾਡੇ 'ਚ ਗੁੰਜਾਇਸ਼ ਨਹੀਂ ਵੀ ਅਸੀਂ ਆਪਰੇਸ਼ਨ ਕਰਵਾ ਸਕੀਏ, ਕਿਉਂਕਿ ਸਾਡੀ ਕਮਾਈ ਦਾ ਸਾਧਨ ਕੋਈ ਹੈ ਨਹੀਂ ਆ। ਉਹੀ ਬਸ ਮੈਂ ਆਪਣੇ ਓਪਨ ਮੈਚ ਲਾਉਣੀ ਆ, ਬਾਹਰ ਟੂਰਨਾਮੈਂਟ ਖੇਡਦੇ ਹਾਂ, ਜਿਹੜਾ ਪੈਸਾ ਆਉਂਦਾ ਉਹਦੇ ਸਿਰ 'ਤੇ ਹੀ ਸਾਡਾ ਘਰ-ਬਾਰ ਚੱਲਦਾ ਹੈਗਾ। ਸਾਡੀ ਰੋਜੀ ਰੋਟੀ 2 ਟਾਈਮ ਦੀ ਰੋਟੀ ਉਹਦੇ ਸਿਰ 'ਤੇ ਹੀ ਚੱਲਦੀ ਹੈਗੀ। ਸਾਨੂੰ ਸਰਕਾਰ ਵੱਲੋਂ ਵੀ ਕੋਈ ਸਹਾਇਤਾ ਨਹੀਂ ਮਿਲੀ, ਕਿਸੇ ਵੀ NRI ਭਰਾ ਤੋਂ ਕਦੇ ਵੀ ਕੋਈ ਸਹਾਇਤਾ ਨਹੀਂ ਮਿਲੀ ਹੈਗੀ। ਤੁਸੀਂ ਸਭ ਤੋਂ ਛੋਟੇ ਹੋ? ਮੈਂ ਸਭ ਤੋਂ ਛੋਟੀ ਹਾਂ ਜੀ, ਮੇਰੇ ਤੋਂ ਛੋਟਾ ਮੇਰਾ ਬ੍ਰਦਰ ਹੈਗਾ। ਹਾਂ, ਤੇ ਜਿਹੜੀਆਂ 5 ਭੈਣਾਂ ਉਹਨਾਂ ਦਾ ਵਿਆਹ ਕਰਤਾ? ਉਹਨਾਂ ਦਾ ਵਿਆਹ ਪਿੰਡ ਦੇ ਸਹਿਯੋਗ ਨਾਲ, ਕਿਸੇ ਨੇ ਪੇਟੀ ਦਿੱਤੀ, ਕਿਸੇ ਨੇ ਅਲਮਾਰੀ ਦਿੱਤੀ, ਕਿਸੇ ਨੇ ਕੁਰਸੀਆਂ ਦਿੱਤੀਆਂ। ਪਿੰਡ ਦੇ ਸਹਿਯੋਗ ਨਾਲ ਉਹਨਾਂ ਦਾ ਵਿਆਹ ਹੋ ਗਿਆ।
ਮਾਤਾ ਜੀ ਨੂੰ ਵੀ ਚੱਲਣ ਫਿਰਨ ਦੇ ਵਿੱਚ ਦਿੱਕਤ ਆਉਂਦੀ ਹੈ? ਬਹੁਤ ਦਿੱਕਤ ਆਉਂਦੀ ਹੈਗੀ। ਮਤਲਬ ਜਦੋਂ ਦਾ ਮੇਰੀ ਮੰਮਾ ਦਾ ਹੀ ਪਿੱਤੇ ਦੇ ਵਿੱਚ ਪੱਥਰੀ ਸੀ, ਉਹਦਾ ਆਪਰੇਸ਼ਨ ਹੋਇਆ ਤੇ ਉਹ ਵੀ ਪਿੰਡ ਦੇ ਸਹਿਯੋਗ ਮਤਲਬ ਕਲੱਬਾਂ ਨੇ ਕਰਵਾਇਆ ਸੀਗਾ। ਉਸ ਤੋਂ ਬਾਅਦ ਫਿਰ ਅੱਖ ਦਾ ਆਪਰੇਸ਼ਨ ਹੋਇਆ, ਚਿੱਟਾ ਮੋਤੀਆ ਸੀ, ਉਹਦੇ ਕਰਕੇ ਮਤਲਬ 2-3 ਮਹੀਨੇ ਲਗਾਤਾਰ ਬੈਠੇ ਰਹੇ, ਜਿਹਦੇ ਕਰਕੇ ਹੁਣ ਇਹਨਾਂ ਨੂੰ ਗੋਡਿਆਂ ਤੋਂ ਦਿੱਕਤ ਹੋ ਰਹੀ ਹੈਗੀ ਵੀ ਤੁਰਿਆ ਬਿਲਕੁਲ ਵੀ ਨਹੀਂ ਜਾਂਦਾ, ਸਿਰਫ ਮੰਜੇ 'ਤੇ ਹੀ ਬੈਠੇ ਨੇਗੇ। ਪਿਤਾ ਜੀ ਕੀ ਕੰਮ ਕਰਦੇ ਨੇ? ਪਿਤਾ ਜੀ ਜ਼ਿਆਦਾਤਰ ਮਜ਼ਦੂਰੀ ਕਰਦੇ ਨੇ, ਨਰੇਗਾ ਦਾ ਕੰਮ ਕਰਦੇ ਨੇ। ਉੱਦਾਂ ਉਹਨਾਂ ਦੀ ਬਾਂਹ 'ਤੇ ਵੀ ਬਿਜਲੀ ਲੱਗੀ ਹੋਈ ਆ, ਮਤਲਬ ਜਿਸ ਕਰਕੇ ਉਹਨਾਂ ਦੀ ਬਾਂਹ ਇੱਕ ਹੀ ਕੰਮ ਕਰਦੀ ਹੈ ਵੀ ਦੂਸਰੀ ਘੱਟ ਵੱਧ ਕੰਮ ਕਰਦੀ ਹੈਗੀ, ਜਿਸ ਕਰਕੇ ਸਾਡੀ ਕਮਾਈ ਦਾ ਸਾਧਨ ਕੋਈ ਨਹੀਂ, ਸਿਰਫ ਮੇਰੇ ਸਿਰ 'ਤੇ ਹੀ ਘਰ ਚੱਲਦਾ ਗਾ ਵੀ। ਤੁਸੀਂ ਕਬੱਡੀ ਕਦੋਂ ਖੇਡਣਾ ਸ਼ੁਰੂ ਕੀਤਾ ਸੀਗਾ? ਕਬੱਡੀ ਮੈਂ ਉਰੇ ਸਾਡੇ ਪਿੰਡ ਸਰਕਾਰੀ ਸਕੂਲ ਹੈ ਜੀ, ਮਾਸਟਰ ਜਰਨੈਲ ਸਿੰਘ ਜੀ ਦੀ ਮੌਜੂਦਗੀ ਦੇ ਸਮੇਂ ਉਹ 5ਵੀਂ ਕਲਾਸ 'ਚ ਪੜ੍ਹਦੀ ਹੁੰਦੀ ਸੀ, ਉਦੋਂ ਖੇਡਣੀ ਸਟਾਰਟ ਕੀਤੀ ਸੀ। ਉਦੋਂ ਪਹਿਲੀ ਵਾਰ ਮੈਂ ਜੋਨ ਜ਼ਿਲ੍ਹਾ ਖੇਡ ਕੇ ਹੀ ਸਟੇਟ ਗਈ ਸੀ। ਉਦੋਂ ਤਕਰੀਬਨ ਪਹਿਲੀ ਵਾਰੀ ਸਟੇਟ ਖੇਡਣ ਗਈ ਸੀ। ਥੋੜ੍ਹਾ ਇੰਨੀ ਪ੍ਰੈਕਟਿਸ ਵੀ ਨਹੀਂ ਸੀ। ਜਿਉਂ ਮੈਂ ਪ੍ਰੈਕਟਿਸ ਕਰਦੀ ਗਈ, ਮੇਰੀ ਕਲਾਸ ਵੱਧਦੀ ਗਈ, ਤਿਉਂ ਮੇਰੀ ਨਿਖਾਰ ਆਉਂਦਾ ਗਿਆ ਮੇਰੀ ਗੇਮ ਦੇ ਵਿੱਚ। ਉਸ ਤੋਂ ਬਾਅਦ ਫਿਰ ਮੈਂ 2-3 ਵਾਰੀ ਸਟੇਟ ਵੀ ਖੇਡਣ ਗਈ। ਉਸ ਤੋਂ ਬਾਅਦ ਫਿਰ ਮੈਂ ਨੈਸ਼ਨਲ ਵੀ ਖੇਡਣ ਗਈ ਜੀ, ਅਤੇ ਉੱਥੇ ਵੀ ਮੇਰੀ ਬਹੁਤ ਵਧੀਆ ਪਰਫੋਰਮੈਂਸ ਆਈ। ਫਿਰ ਨਵਾਂ ਸ਼ਹਿਰ ਹੋਈ ਸੀ ਸਟੇਟ ਜਦੋਂ ਮੈਂ 10ਵੀਂ ਕਲਾਸ ਸੀ। ਉੱਥੇ ਤਕਰੀਬਨ ਵੀ ਮੇਰੇ ਇੰਨੀਆਂ ਜ਼ਿਆਦਾ ਸੱਟਾਂ ਲੱਗ ਗਈਆਂ ਸੀ ਖੇਡਦੇ ਸਮੇਂ। ਘਾਹ ਵਾਲਾ ਗਰਾਊਂਡ ਸੀਗਾ, ਇੰਨੀਆਂ ਜ਼ਿਆਦਾ ਮਤਲਬ ਗੋਡੇ ਉਹ ਹੋ ਗਏ ਸੀ, ਮਤਲਬ ਲਹੂ ਚੱਲਦਾ ਸੀਗਾ, ਅਤੇ ਉਹਨਾਂ ਉੱਤੇ ਕਲੀ ਵੀ ਲੱਗ ਗਈ ਸੀ, ਮੂਵ ਵੀ ਛਿੜਕੀ ਗਈ ਜਦੋਂ ਮੇਰੀ ਇੰਜਰੀ ਹੋ ਗਈ ਸੀ ਗੋਡੇ 'ਚ। ਅਤੇ ਉਸ ਟਾਈਮ ਮੈਨੂੰ ਨਾ ਸ਼ੇਰ ਦਾ ਖਿਤਾਬ ਦਿੱਤਾ ਗਿਆ ਸੀਗਾ ਵੀ ਫਿਰ ਵੀ ਖੇਡੀ ਜਾਂਦੀ ਹੈਗੀ। ਅਤੇ ਉਸ ਤੋਂ ਬਾਅਦ ਬਸ ਹੀ ਖੇਡਦੇ ਗਏ। ਫਿਰ ਸਾਨੂੰ ਮਾਸਟਰ ਜਰਨੈਲ ਸਿੰਘ ਜੀ ਨੇ, ਪਰਮਜੀਤ ਕੋਚ ਜੀ ਨੇ ਜਖੇਪਲ ਤੋਂ, ਬਾਬਾ ਪਰਮਾਨੰਦ ਕੰਨਿਆ ਮਹਾ ਵਿਦਿਆਲਿਆ ਦੀ ਸੰਸਥਾ ਬਣੀ ਹੋਈ ਹੈ ਉੱਥੇ, ਬਾਬਾ ਪ੍ਰੀਤਮ ਦਾਸ ਜੀ ਨੇ ਉਹ ਸੰਸਥਾ ਕੁੜੀਆਂ ਲਈ ਬਣਾਈ ਹੈ। ਉੱਥੇ ਸਾਨੂੰ ਫ੍ਰੀ ਐਡਮਿਸ਼ਨਾਂ ਕਰਵਾਈਆਂ ਪਰਮਜੀਤ ਕੋਚ ਜੀ ਨੇਗੇ, ਅਤੇ ਉਹਨਾਂ ਨੇ ਸਾਡੀਆਂ ਐਡਮਿਸ਼ਨਾਂ ਕਰਵਾ ਕੇ ਸਾਨੂੰ 3 ਸਾਲ ਉੱਥੇ ਮਿਹਨਤ ਕਰਵਾਈ। 3 ਸਾਲ ਮੈਨੇ ਉਹ ਸਕੂਲ ਮਤਲਬ 19 ਨੂੰ ਮੈਡਲ ਲੈ ਕੇ ਦਿੱਤਾ 3 ਸਾਲ। ਅਤੇ ਅੱਜ ਵੀ ਉਹ ਮੇਰੀ ਮਤਲਬ ਅੱਜ ਵੀ ਮੈਂ ਉੱਥੇ ਹੀ ਪੜ੍ਹ ਰਹੀ ਹੈਗੀ। ਅਤੇ ਮੇਰੇ ਕੋਚ ਜੀ ਐਕਸਪਾਇਰ ਹੋ ਗਏ, ਉਹਨਾਂ ਨੂੰ ਸਾਲ ਹੋ ਗਿਆ, ਅਤੇ ਉਹਨਾਂ ਦਾ ਮੇਰੇ ਲਾਈਫ 'ਚ ਬਹੁਤ ਰੋਲ ਸੀਗਾ, ਪਰ ਉਹਨਾਂ ਕਰਕੇ ਮੈਨੂੰ ਬਹੁਤ ਜ਼ਿਆਦਾ ਘਾਟਾ ਹੋਇਆ ਉਹਨਾਂ ਦੀ ਡੈਥ ਤੋਂ ਬਾਅਦ। ਕਿੰਨੇ ਸਾਲ ਕੋਚਿੰਗ ਲਈ ਸੀਗੀ ਤੁਸੀਂ? ਮੈਨੇ ਉਹਨਾਂ ਤੋਂ 4 ਸਾਲ ਕੋਚਿੰਗ ਲਈ ਹੈ ਜੀ। ਅਤੇ ਤਕਰੀਬਨ ਪਹਿਲਾਂ ਕਦੇ ਵੀ ਉਹਨਾਂ ਨੇ ਕਿਸੇ ਕੁੜੀ ਨੂੰ ਪ੍ਰੈਕਟਿਸ ਨਹੀਂ ਕਰਵਾਈ ਸੀ, ਸਿਰਫ ਮੁੰਡਿਆਂ ਨੂੰ ਹੀ ਕਰਵਾਉਂਦੇ ਹੁੰਦੇ ਸੀ ਜਦੋਂ ਮਸਤਾਨਾ ਸਾਹਿਬ ਹੁੰਦੇ ਸੀਗੇ। ਅਤੇ ਪਰ ਉਹੀ ਉਹਨਾਂ ਨੇ ਮੇਰੇ 'ਤੇ ਲਾਗੂ ਕਰਤੀ ਮੁੰਡਿਆਂ ਵਾਲੀ ਪ੍ਰੈਕਟਿਸ, ਅਤੇ ਮੇਰੀ ਪਰਫੋਰਮੈਂਸ ਦੇ ਇੰਨਾ ਨਿਖਾਰ ਆਇਆ ਵੀ ਤਕਰੀਬਨ ਬਹੁਤ ਵਧੀਆ ਪ੍ਰਦਰਸ਼ਨ ਕਰਦੀ ਰਹੀ ਟੂਰਨਾਮੈਂਟਾਂ ਦੇ ਵਿੱਚ। ਅਤੇ ਸ਼ਾਜਲੀ ਟੂਰਨਾਮੈਂਟ ਹੋਏ, ਉੱਥੇ ਮੈਂ ਬੈਸਟ ਰੇਡਰ ਨਿਕਲੀ। 3 ਸਾਲ ਮੈਨੇ ਚੈਂਪੀਅਨਸ਼ਿਪਾਂ ਖੇਡੀਆਂ, 3 ਸਾਲ ਮੈਂ ਗੋਲਡ ਲੈ ਕੇ ਦਿੱਤਾ ਸੀ ਇਹਨਾਂ ਨੂੰ 3 ਸਾਲ। ਅਤੇ ਜਿਹੜੇ ਉੱਥੋਂ ਦੇ ਸਾਡੇ ਕਾਲਜ ਦੇ ਪ੍ਰਿੰਸੀਪਲ ਨੇਗੇ ਡਾਕਟਰ ਔਕਾਰ ਸਿੰਘ ਜੀ, ਅਤੇ ਜਿਹੜੇ ਸਕੂਲ ਦੇ ਪ੍ਰਿੰਸੀਪਲ ਨੇ ਦਰਸ਼ਨ ਖਾਨ ਜੀ, ਅਤੇ ਉੱਥੋਂ ਦੇ ਜਿਹੜੇ ਸਾਰਾ ਸਟਾਫ ਹੈ ਜੀ, ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ। ਮਤਲਬ ਫੀਸਾਂ ਦੇ ਵਿੱਚ ਮੈਨੂੰ ਬਹੁਤ ਛੋਟ ਕੀਤੀ। ਬਾਬਾ ਪ੍ਰੀਤਮ ਦਾਸ ਜੀ ਨੇ ਮੇਰੀ ਡਾਈਟ ਦਾ, ਕਿਉਂਕਿ ਮੈਨੂੰ ਉਨੀ ਘਰ ਦੇ ਵਿੱਚ ਕੋਈ ਡਾਈਟ ਨਹੀਂ ਮਿਲਦੀ ਸੀਗੀ, ਮੇਰੀ ਘਰ ਦੀ ਤੰਗੀ ਕਾਰਨ ਇੰਨੀ ਹਾਲਤ ਤਰਸਯੋਗ ਸੀਗੀ, ਜਿਸ ਕਰਕੇ ਮੈਨੂੰ ਡਾਈਟ ਵੀ ਨਹੀਂ ਮਿਲਦੀ ਸੀ, ਪਰ ਬਾਬਾ ਪ੍ਰੀਤਮ ਦਾਸ ਜੀ ਨੇ ਮੈਨੂੰ ਉੱਥੋਂ ਡਾਈਟ ਦਿੱਤੀ। ਤੁਸੀਂ ਸੀਨੀਅਰ ਨੈਸ਼ਨਲ ਮੈਡਲਿਸਟ ਵੀ ਰਹੇ ਹੋ? ਹਾਂਜੀ, ਅਤੇ 2017 ਅਤੇ 18 ਦੇ ਵਿੱਚ ਸੀਨੀਅਰ ਨੈਸ਼ਨਲ ਹੋਈ ਸੀ, ਹੈਦਰਾਬਾਦ ਹੋਈ ਸੀਗੀ। ਅਤੇ ਉੱਥੇ ਜਦੋਂ ਮੈਂ ਮਤਲਬ ਉੱਦਾਂ ਮੈਂ ਵੈਸੇ ਹੀ ਉਹਨਾਂ ਜਦੋਂ ਕੈਂਪ ਲੱਗਿਆ ਹੋਇਆ ਸੀ, ਮਸਤਾਨਾ ਸਾਹਿਬ ਕੈਂਪ ਲੱਗਿਆ ਸੀ, ਜਦੋਂ ਉੱਦਾਂ ਮੈਨੂੰ ਵੈਸੇ ਹੀ ਉਹਨਾਂ 'ਚ ਵੀ ਮੈਚਿਓਰ ਨੇ, ਵਧੀਆ ਨੇਗੀਆਂ ਕੁੜੀਆਂ ਵੀ, ਸਾਰੀਆਂ ਡਿਪਾਰਟਮੈਂਟ ਵਾਲੀਆਂ ਨੇ, ਵੀ ਕੁਝ ਸਿੱਖਣ ਨੂੰ ਮਿਲੂ, ਮੈਨੂੰ ਵੈਸੇ ਹੀ ਉੱਦਾਂ ਕੈਂਪ 'ਤੇ ਭੇਜਿਆ ਗਿਆ ਸੀ। ਪਰ ਮੇਰੀ ਇਹ ਮਤਲਬ ਪਰਫੋਰਮੈਂਸ ਇੰਨੀ ਵਧੀਆ ਆਈ ਕਿ ਮੇਰੀ ਹੀ ਸਿਲੈਕਸ਼ਨ ਹੋ ਗਈ। ਉਸ ਤੋਂ ਬਾਅਦ ਜਦੋਂ ਅਸੀਂ ਖੇਡਣ ਗਏ, ਅਤੇ ਉੱਥੇ ਜਾ ਕੇ ਮਤਲਬ ਕਿਉਂਕਿ ਇੰਨੇ ਸਾਲ ਹੋ ਗਏ ਸੀ, ਕਦੇ ਵੀ ਪੰਜਾਬ ਦਾ ਮੈਡਲ ਨਹੀਂ ਆਇਆ ਸੀ। 36-37 ਸਾਲਾਂ ਬਾਅਦ ਪੰਜਾਬ ਦਾ ਮੈਡਲ ਆਇਆ ਸੀ। ਮੈਂ ਆਪਦੇ ਆਪ ਨੂੰ ਬਹੁਤ ਖੁਸ਼ਨਸੀਬ ਸਮਝਿਆ ਵੀ ਮੈਂ ਜੇ ਆਈ ਤਾਂ ਮੈਡਲ, ਹਾਂ ਵੀ ਮੈਂ ਆਪਦੇ ਆਪ ਨੂੰ ਲੱਕੀ ਸਮਝਿਆ ਵੀ ਕਦੇ ਮੈਡਲ ਨਹੀਂ ਆਇਆ ਸੀ। ਚਲੋ ਉਹ ਤਾਂ ਉਹਨਾਂ ਦੀ ਮਿਹਨਤ ਸੀ, ਸਭ ਦੀ ਮਿਹਨਤ ਕਰਕੇ ਆਇਆ ਜੀ, ਪਰ ਸਾਰੇ ਬਹੁਤ ਖੁਸ਼ ਸੀ ਵੀ ਮੈਡਲ ਆਇਆ। ਵੀ ਜਦੋਂ ਉਦੋਂ ਆਸ ਵੀ ਹੋ ਗਈ ਸੀ ਵੀ ਕੁਛ ਬਣੂਗਾ। ਫਿਰ ਉਸ ਤੋਂ ਬਾਅਦ ਆਈ ਮਤਲਬ ਜਦੋਂ ਪਿੰਡ ਆਏ ਜੀ, ਪਿੰਡ ਦਿਆਂ ਨੇ, ਸਾਡੇ ਸਕੂਲ ਦਿਆਂ ਨੇ ਬਹੁਤ ਮੇਰਾ ਮਾਣ ਸਨਮਾਨ ਕੀਤਾ। ਉਸ ਤੋਂ ਬਾਅਦ ਫਿਰ 26 ਜਨਵਰੀ ਨੂੰ ਵਿਜੇਂਦਰ ਸਿੰਗਲਾ ਸਰ ਮੰਤਰੀ ਆਏ ਸੀ, ਉਹਨਾਂ ਨੇ ਮੈਨੂੰ ਸਨਮਾਨਿਤ ਕੀਤਾ, ਇੱਕ ਪ੍ਰਮਾਣ ਪੱਤਰ ਵੀ ਦਿੱਤਾ ਸੀਗਾ ਜਿਹਦੇ ਉੱਤੇ ਲਿਖਿਆ ਗਿਆ ਸੀ ਵੀ ਇਹ ਸੀਨੀਅਰ ਨੈਸ਼ਨਲ ਮੈਡਲਿਸਟ ਹੈ। ਪਰ ਉਸ ਤੋਂ ਬਾਅਦ ਐਂ ਸੋਚਿਆ, ਉਹ ਪੱਤਰ ਤੋਂ ਬਾਅਦ ਐਂ ਹੋ ਗਿਆ ਵੀ ਸ਼ਾਇਦ ਸਾਨੂੰ ਸਰਕਾਰ ਵੱਲੋਂ ਕੋਈ ਸਹਾਇਤਾ ਮਿਲੂ ਨੌਕਰੀ ਦੀ ਜਾਂ ਘਰ ਪੱਖੋਂ ਜਾਂ ਕਿਸੇ ਵੀ ਪਾਸਿਓਂ ਸਾਨੂੰ ਸਹਾਇਤਾ ਮਿਲੂ, ਪਰ ਕਦੇ ਵੀ ਕੋਈ ਸਹਾਇਤਾ ਨਹੀਂ ਮਿਲੀ, ਨਾ ਕਦੇ ਕੋਈ ਕਾਲ ਆਈ, ਕਦੇ ਵੀ ਕਿਸੇ ਵੀ ਮੰਤਰੀ ਦੀ ਕਦੇ ਵੀ ਕੋਈ ਕਾਲ ਨਹੀਂ ਆਈ।
ਤੁਸੀਂ ਖੁਦ ਤੋਂ ਉਹਨਾਂ ਤੱਕ ਕੀਤੀ ਅਪਰੋਚ? ਨਹੀਂ, ਮੈਂ ਉਸ ਤੋਂ ਬਾਅਦ ਕਦੇ ਵੀ ਉਹਨਾਂ ਤੱਕ ਕੋਈ ਅਪਰੋਚ ਨਹੀਂ, ਕਿਉਂਕਿ ਮੇਰੇ ਘਰ ਦੀ ਹਾਲਤ ਨੂੰ ਮੈਨੂੰ ਮਤਲਬ ਟੂਰਨਾਮੈਂਟ ਖੇਡਣੇ ਪੈਂਦੇ ਨੇ, ਕਿਉਂਕਿ ਸਾਡੇ ਘਰ ਦਾ ਗੁਜ਼ਾਰਾ ਮੇਰੇ ਸਿਰ ਤੇ ਚੱਲਦਾ ਸੀ। ਇੱਕ ਟਾਈਮ ਇਹੋ ਜਿਹਾ ਸਾਲ ਸੀਗਾ ਵੀ ਸਾਡੇ ਬਿਲਕੁਲ ਵੀ ਕੁਝ ਵੀ ਖਾਣ ਨੂੰ ਨਹੀਂ ਸੀਗਾ, ਗੁਜ਼ਾਰਾ, ਸਾਡੀ ਕਮਾਈ ਦਾ ਸਾਧਨ ਕੋਈ ਨਹੀਂ ਸੀਗਾ। ਮੇਰੇ ਮੰਮਾ ਜੀ ਨੇ 35 ਸਾਲ ਸਕੂਲਾਂ ਦੇ ਵਿੱਚ ਕੰਮ ਕੀਤਾ ਗਾ, ਜਿਸ ਕਰਕੇ ਹੁਣ ਉਹ ਬਿਲਕੁਲ ਬੈਠੇ ਨੇ, ਡੈਡੀ ਵੀ ਬੈਠੇ ਨੇ, ਬ੍ਰਦਰ ਹੈ ਉਹ ਵੀ ਨਹੀਂ ਕੰਮ ਕਰ ਸਕਦੇ। ਮੈਨੂੰ ਮੈਚ ਖੇਡਣੇ ਪੈਂਦੇ ਨੇਗੇ ਅਤੇ ਉਹਨਾਂ 'ਤੇ ਜਿਹੜੇ ਉੱਥੋਂ 1000-2000 ਰੁਪਈਆ ਬਣਦਾ, ਉਹਨਾਂ 'ਤੇ ਸਾਡਾ ਘਰ ਚੱਲਦਾ ਗਾ। ਜਦੋਂ ਤੁਸੀਂ ਵਿਜੇ ਸਿੰਗਲਾ ਜੀ ਤੱਕ ਪਹੁੰਚ ਕੀਤੀ ਸੀਗੀ ਤਾਂ ਉੱਥੋਂ ਫਿਰ ਤੁਹਾਨੂੰ ਕੀ ਜਵਾਬ ਮਿਲਿਆ ਸੀਗਾ? ਉੱਥੋਂ ਮਤਲਬ ਐਵੇਂ ਉਦੋਂ ਜਦੋਂ ਸਨਮਾਨਿਤ ਕੀਤਾ, ਇੱਕ ਟਰੋਫੀ ਦੇਤੀ ਸੀ, ਇੱਕ ਪ੍ਰਣਾਮ ਪੱਤਰ ਦੇਤਾ ਸੀਗਾ। ਸੋਚਿਆ ਸੀਗਾ ਵੀ ਚਲੋ ਹੈ ਨਾ, ਵੀ ਜਿਹੜਾ ਸਾਨੂੰ ਬੁਲਾਇਆ ਗਾ ਵੀ ਵੱਡੇ ਮੰਤਰੀ ਨੇ, ਵੀ ਸਾਨੂੰ ਕੁਛ ਕਰਨਗੇ, ਪਰ ਕਦੇ ਵੀ ਉਸ ਤੋਂ ਬਾਅਦ ਬਸ ਸਨਮਾਨਿਤ ਕੀਤਾ, ਉਸ ਤੋਂ ਬਾਅਦ ਅਸੀਂ ਬਾਹਰ ਸੀ ਅਤੇ ਆਪਣੇ ਘਰ ਆ ਗਏ ਸੀ। ਉਸ ਤੋਂ ਬਾਅਦ 'ਚ ਕਦੇ ਵੀ ਨਾ ਮੈਂ ਕਦੇ ਗਈ, ਨਾ ਉਹਨਾਂ ਦਾ ਕਦੇ ਕੋਈ ਕਾਲ ਆਇਆ ਉੱਥੋਂ ਤੱਕ। ਹਾਂਜੀ, ਉਹਨਾਂ ਤੋਂ ਇਲਾਵਾ ਹੋਰ ਕਿਸੇ ਨੇ ਤੁਹਾਨੂੰ ਸਨਮਾਨਿਤ ਕਦੇ ਵੀ ਮਤਲਬ ਉੱਦਾਂ ਤਾਂ ਜੀ ਬਹੁਤ ਮਤਲਬ ਮੰਤਰੀਆਂ ਨੇ ਸਨਮਾਨਿਤ ਕੀਤਾ ਸੀਗਾ। ਸਾਡੇ ਸਕੂਲ ਦੇ ਵਿੱਚ ਐਥਲੈਟਿਕ ਮੀਟ ਹੁੰਦੀ ਸੀ, ਉੱਥੇ ਆਉਂਦੇ ਸੀਗੇ, ਮਤਲਬ ਕਰਦੇ ਸੀ, ਪਰ ਕਦੇ ਵੀ ਐਵੇਂ ਨਹੀਂ ਹੋਇਆ ਹੈਗਾ ਵੀ ਉਹ ਮੇਰੇ ਘਰ ਦੇ ਹਾਲਾਤਾਂ ਨੂੰ ਵੇਖ ਕੇ ਵੀ ਕਿਸੇ ਸਰਕਾਰ ਪੱਖੋਂ ਮੈਨੂੰ ਕਿਸੇ ਦੀ ਸਹਾਇਤਾ ਮਿਲੀ ਹੋਵੇ। ਇਹ ਸਿਰਫ ਵੀ ਮੈਂ ਆਪਦੇ ਗਰਾਊਂਡ ਦੇ ਖਰਚੇ ਨਾਲ ਹੀ ਮੇਰਾ ਘਰ ਚੱਲਦਾ ਸੀਗਾ। ਬਹੁਤ ਸਾਰੇ ਤੁਸੀਂ ਮੈਡਲ ਜਿਹੜੇ ਹੈਗੇ ਆਪਾਂ ਦੇਖੇ ਹੋਏ ਨੇ, ਤੁਹਾਡੇ ਕੋਲ ਹੈਗੇ ਆ, ਬਹੁਤ ਸਾਰੀਆਂ ਟਰੋਫੀਆਂ ਤੁਹਾਡੇ ਕੋਲ ਆ, ਪਰ ਇੰਨਾ ਕੁਛ ਕਰਕੇ ਦੇਸ਼ ਨੂੰ ਰਿਪਰੈਜ਼ੈਂਟ ਕਰਨ ਦੇ ਬਾਵਜੂਦ ਵੀ ਤੁਹਾਨੂੰ ਸਰਕਾਰ ਵੱਲੋਂ ਕੋਈ ਸਪੋਰਟ ਨਹੀਂ ਮਿਲੀ? ਨਹੀਂ, ਕਦੇ ਵੀ ਕੋਈ ਸਪੋਰਟ ਨਹੀਂ ਮਿਲੀ ਹੈਗੀ। ਤਕਰੀਬਨ ਦੁੱਖ ਇਸ ਗੱਲ ਦਾ ਹੀ ਹੁੰਦਾ ਵੀ ਇੰਨੇ ਵਧੀਆ ਪਲੇਅਰ ਹੋ ਕੇ ਅਤੇ ਮੈਡਲ ਹੋ ਕੇ ਵੀ ਅੱਜ ਅਸੀਂ ਘਰੇ ਆਪਦੀ ਰੋਜੀ ਰੋਟੀ ਤੋਂ ਵੀ ਬੈਠੇ ਆਂਗੇ। ਸਰਕਾਰ ਨੂੰ ਚਾਹੀਦਾ ਵੀ ਕਿਸੇ ਗਰੀਬ ਜਿਹਨੂੰ ਲੋੜਵੰਦ ਹੈ, ਜਿਹਨੂੰ ਲੋੜ ਹੈਗੀ, ਉਹਦੀ ਜ਼ਰੂਰ ਸੁਣੇ, ਕਿਉਂਕਿ ਅਸੀਂ ਹੁਣ ਇਹ ਟਰੋਫੀਆਂ ਮੈਡਲਾਂ ਨਾਲ ਸਾਡਾ ਢਿੱਡ ਤਾਂ ਨਹੀਂ ਭਰ ਸਕਦਾ। ਇਹਨਾਂ ਨੂੰ ਅਸੀਂ ਕਿਹਨੂੰ ਇਹ ਚੱਕ ਕੇ ਦਿਖਾਵਾਂਗੇ ਵੀ ਅਸੀਂ ਸੀਨੀਅਰ ਨੈਸ਼ਨਲ ਮੈਡਲਿਸਟ ਹਾਂ। ਮੈਂ ਇਹ ਸਰਕਾਰ ਨੂੰ ਚਾਹੀਦਾ ਵੀ ਜਿਹੜੇ ਬੱਚੇ ਨੂੰ ਲੋੜ ਹੈ ਉਹਦੀ ਜ਼ਰੂਰ ਸੁਣੀ ਜਾਵੇ, ਕਿਉਂਕਿ ਸਰਕਾਰ ਸਿਫਾਰਸ਼ਾਂ 'ਤੇ ਹੋ ਰਹੀ ਹੈ ਇਸ ਟਾਈਮ। ਸਰਕਾਰ ਜੇ ਕੋਈ ਸਿਰ 'ਤੇ ਸਿਫਾਰਸ਼ ਵਾਲਾ ਹੱਥ ਹੈਗਾ ਤਾਂ ਚੱਲੂਗੀ, ਅਦਰਵਾਈਜ਼ ਕੋਈ ਵੀ ਪਲੇਅਰ, ਗਰੀਬ ਘਰ ਦਾ ਪਲੇਅਰ ਜਿੱਥੋਂ ਵੀ ਉੱਠਦਾ, ਕੀ ਪਤਾ ਉਹ ਕਿੰਨੀ ਕੁ ਲਾਈਫ ਦੇ ਵਿੱਚ ਸਟਰਗਲ ਕੀਤਾ ਗਾ, ਕਿੰਨਾ ਕੁ ਉਹਨੇ ਕੀ ਦੁੱਖ ਦੇਖਿਆ, ਕੀ ਨਹੀਂ ਦੇਖਿਆ, ਪਰ ਸਰਕਾਰ ਉਹ ਨਹੀਂ ਦੇਖਦੀ ਹੈਗੀ। ਉਹ ਸਿਰਫ ਸਿਫਾਰਸ਼ਾਂ 'ਤੇ ਚੱਲ ਰਹੀ ਹੈ ਇਸ ਟਾਈਮ ਜੀ। ਕਦੇ ਵੀ ਨਹੀਂ ਸਾਡੇ ਨਾ ਕਦੇ ਕੋਈ ਮੰਤਰੀ ਆਇਆ ਘਰੇ ਵੀ ਸਾਡੇ ਕੋਈ ਘਰ ਦਾ ਕੰਮ ਜਾਂ ਸਾਨੂੰ ਰਾਸ਼ਨ ਵਗੈਰਾ, ਕਦੇ ਵੀ ਕਿਸੇ ਵੀ ਮੰਤਰੀ ਵੱਲੋਂ ਸਾਨੂੰ ਕਦੇ ਵੀ ਕੋਈ ਸਹਾਇਤਾ ਨਹੀਂ ਮਿਲੀ ਹੈਗੀ। ਜਿਵੇਂ ਕਿ ਤੁਸੀਂ ਪ੍ਰੈਕਟਿਸ ਵੀ ਕਰਦੇ ਹੋ, ਕੋਚਿੰਗ ਵੀ ਲੈਂਦੇ ਹੋ, ਹੈ ਨਾ, ਅਤੇ ਖੁਰਾਕ ਦੀ ਵੀ ਲੋੜ, ਅਤੇ ਖੁਰਾਕ ਆਪਣੀ ਕਿੱਦਾਂ ਪੂਰੀ ਕਰਦੇ ਹੋ ਤੁਸੀਂ? ਮਤਲਬ ਜਦੋਂ ਮੇਰੇ ਕੋਚ ਸਾਹਿਬ ਹੁੰਦੇ ਸੀ, ਮਤਲਬ ਉਦੋਂ ਤਾਂ ਉਹਨਾਂ ਦੇ ਥੋੜ੍ਹੀ ਬਹੁਤੀ ਉਹ ਆਪਦੇ ਘਰੋਂ ਮੇਰੀ ਰੋਟੀ ਵਗੈਰਾ ਲਿਆਉਂਦੇ ਸੀ। ਜਿੱਥੇ ਮੈਂ ਪੜ੍ਹਦੀ ਹਾਂ ਬਾਬਾ ਪਰਮਾਨੰਦ ਸਕੂਲ 'ਚ ਜੀ, ਜਿੱਥੇ, ਅਤੇ ਉੱਥੇ ਉਹ ਬਾਬਾ ਪ੍ਰੀਤਮ ਦਾਸ ਜੀ ਨੇ ਉੱਥੇ ਨਾਲ ਹੀ ਡੇਰਾ ਬਣਿਆ ਹੋਇਆ ਗਾ, ਉੱਥੇ ਮੈਂ ਲੰਗਰ ਛਕਦੀ ਸੀ। ਤਕਰੀਬਨ ਉਦੋਂ ਮੈਨੂੰ ਘਰੋਂ ਵੀ ਬਹੁਤ ਜ਼ਿਆਦਾ ਤੰਗੀ ਸੀ ਵੀ ਮੈਂ ਡਾਈਟ ਨਹੀਂ ਲੈ ਸਕਦੀ ਸੀ, ਪਰ ਉੱਥੇ ਮੈਂ ਲੰਗਰ ਦੇ ਵਿੱਚ ਰੋਟੀ ਖਾ ਕੇ ਗੁਜ਼ਾਰਾ ਕਰਦੀ ਹੁੰਦੀ ਸੀ। ਪਰ ਉਹ ਲੰਗਰ ਦੀ ਰੋਟੀ ਮੈਨੂੰ ਉੱਦਾਂ ਹੀ ਬਦਾਮਾਂ ਵਾਂਗੂ ਲੱਗੀ, ਕਿਉਂਕਿ ਮੈਂ ਸੱਚੇ ਮਨ ਨਾਲ ਮਿਹਨਤ ਲਾਉਂਦੀ ਸੀ, ਸੱਚੇ ਮਨ ਨਾਲ ਉੱਥੇ ਰਹਿੰਦੀ ਸੀਗੀ, ਵਧੀਆ ਮਿਹਨਤ ਕਰਦੀ ਸੀ, ਜਿਸ ਕਰਕੇ ਵੀ ਮੈਨੂੰ ਐਵੇਂ ਕਿਸੇ ਦਾ ਸਹਾਰਾ ਹੀ ਨਹੀਂ ਮਿਲਿਆ ਵੀ ਮੈਨੂੰ ਡਾਈਟ ਦੀ ਲੋੜ ਪਵੇ, ਮੈਂ ਐਵੇਂ ਹੀ ਖੜੀ ਹੋ ਗਈ। ਮਤਲਬ ਵੀ ਮੈਨੂੰ ਉੱਥੋਂ ਦੀ ਜਿਹੜੀ ਖੁਰਾਕ ਸੀ ਬਸ ਬਾਬਾ ਪ੍ਰੀਤਮ ਦਾਸ ਜੀ ਨੇ, ਮੇਰੇ ਕੋਚ ਸਾਹਿਬ ਨੇ, ਉਹਨਾਂ ਨੇ ਥੋੜ੍ਹੀ ਬਹੁਤੀ ਸਹਿਯੋਗ ਨਾਲ ਮੈਨੂੰ ਦਿੰਦੇ ਰਹੇ, ਸਕੂਲ ਦੇ ਸਹਿਯੋਗ ਨਾਲ ਜੀ। ਉੱਦਾਂ ਮੈਨੂੰ ਘਰੋਂ ਨਾ ਕਦੇ ਵੀ, ਮੇਰੇ ਪਿੰਡ 'ਚੋਂ ਵੀ ਮੈਨੂੰ ਕਦੇ ਕੋਈ ਖੁਰਾਕ ਦੀ ਮਤਲਬ ਉਹ ਨਹੀਂ ਮਿਲਿਆ ਸੀਗਾ ਘਰੋਂ ਵੀ, ਕਿਉਂਕਿ ਤੰਗ ਸੀਗੇ, ਘਰ ਦੀ ਗਰੀਬੀ ਕਾਰਨ ਇਹ ਕਿੱਥੋਂ ਦਿੰਦੇ ਮੈਨੂੰ ਖਾਣ ਪੀਣ ਲਈ। ਪਰ ਜਿਵੇਂ ਮੇਰੀਆਂ ਭੈਣਾਂ ਨੇ ਸਾਰੀਆਂ ਨੇ ਦਿਹਾੜੀ ਕਰਕੇ, ਪਿੰਡ ਦੇ ਸਹਿਯੋਗ ਨਾਲ ਹੀ ਉਹਨਾਂ ਦਾ ਵਿਆਹ ਹੋਇਆ ਸੀ, ਪਰ ਭੈਣਾਂ ਵੀ ਐਂ ਚਾਹੁੰਦੀਆਂ ਸੀਗੀਆਂ ਵੀ ਇਹ ਵੀ ਮਜ਼ਦੂਰੀ ਕਰੇ, ਪਰ ਮੈਂ ਸੋਚ ਰੱਖਿਆ ਸੀ ਵੀ ਮੈਂ ਮਜ਼ਦੂਰੀ ਨਹੀਂ ਕਰਨੀ, ਮੈਂ ਕੁਛ ਕਰਨਾ ਹੈਗਾ ਵੀ ਜਿਹਦੇ ਨਾਲ ਮੇਰਾ ਅੱਗੇ ਫਿਊਚਰ ਬਣ ਸਕੇ। ਪਰ ਸਰਕਾਰ ਅੱਗੇ ਮੈਨੂੰ ਨਹੀਂ ਲੱਗਦਾ ਵੀ ਅੱਗੇ ਸਾਡਾ ਫਿਊਚਰ ਬਣ ਸਕੂਗਾ, ਕਿਉਂਕਿ ਅੱਜ ਮੈਡਲ ਹੋ ਕੇ ਵੀ ਅੱਜ ਆਪਦੇ ਘਰੇ ਬੈਠੇ ਆਂਗੇ, ਰੋਟੀ ਤੋਂ ਤਰਸ ਰਹੇ ਹਾਂ। ਇਹੋ ਜਿਹਾ ਟਾਈਮ ਹੋ ਰਿਹਾ ਵੀ ਸਾਨੂੰ ਮਜ਼ਦੂਰੀ ਕਰਨ ਦਾ ਟਾਈਮ ਹੋ ਰਿਹਾ ਜੀ। ਇਹੋ ਜਿਹੇ ਹਾਲਾਤ ਹੋ ਰਹੇ ਨੇ ਵੀ ਮੇਰੇ ਹੋਰ ਕੋਈ ਕਮਾਈ ਦਾ ਸਾਧਨ ਨਹੀਂ, ਸਿਰਫ ਆਪ ਨੂੰ ਇਸ ਟਾਈਮ ਐਂ ਲੱਗਦਾ ਵੀ ਹੁਣ ਮਜ਼ਦੂਰੀ ਕਰਨੀ ਪਊਗੀ। ਜਦੋਂ ਸ਼ੁਰੂਆਤ ਕੀਤੀ ਸੀ ਤਾਂ ਕਦੋਂ ਤੁਸੀਂ ਸ਼ੁਰੂ ਕਰਤਾ ਸੀਗਾ ਕੋਚਿੰਗ ਲੈਣੀ? ਮਤਲਬ ਸ਼ੁਰੂਆਤ ਮੈਨੇ 2014 ਦੇ ਵਿੱਚ ਕੀਤੀ ਸੀ। ਉਦੋਂ ਮਾਸਟਰ ਜਰਨੈਲ ਜੀ ਨੇ ਮੈਨੂੰ ਪ੍ਰੇਰਿਤ ਕੀਤਾ ਸੀ ਗੇਮਾਂ ਪ੍ਰਤੀ। ਮੇਰੇ ਘਰ ਦੇ ਕਹਿੰਦੇ ਵੀ ਇਹਨੇ ਵੀ ਸਾਥੋਂ ਫੀਸ ਨਹੀਂ ਭਰੀ ਜਾਣੀ ਹੈਗੀ, ਵੀ ਤੂੰ ਛੱਡ ਦੇ। ਪਰ ਮੇਰੇ ਉੱਥੋਂ ਦੇ ਜਿਹੜੇ ਮਾਸਟਰ ਜਰਨੈਲ ਸਿੰਘ ਜੀ ਸੀ, ਉਹਨਾਂ ਨੇ ਮਤਲਬ ਕਿਹਾ ਵੀ ਕੋਈ ਨਹੀਂ, ਜੇ ਉਹ ਨਹੀਂ ਭਰਦੇ ਤਾਂ ਮੈਂ ਤੈਨੂੰ ਡਾਈਟ ਵਗੈਰਾ ਅਤੇ ਤੈਨੂੰ ਖੁਰਾਕ ਦੇਵਾਂਗਾ। ਅਤੇ ਉਸ ਤੋਂ ਬਾਅਦ ਫਿਰ ਸਾਨੂੰ ਪਰਮਜੀਤ ਕੋਚ ਜੀ ਨੇ ਮੇਰੀ ਇੰਨੀ ਹੈਲਪ ਕੀਤੀ ਜੀ ਡਾਈਟ ਦੇ ਵਗੈਰਾ ਦੇ ਵਿੱਚ ਜੀ, ਬਾਬਾ ਪ੍ਰੀਤਮ ਦਾਸ ਜੀ ਨੇ। ਅਤੇ ਬਚਪਨ ਤੋਂ ਹੀ ਸੋਚਿਆ ਸੀਗਾ ਕਿ ਪਲੇਅਰ ਬਣਨਾ ਹੈ? ਹਾਂਜੀ, ਬਚਪਨ ਤੋਂ ਮਤਲਬ ਮੇਰੀ ਇਹ
ਸੋਚ ਸੀ ਵੀ ਮੈਂ ਦਿਹਾੜੀ ਨਹੀਂ ਕਰਨੀ ਹੈਗੀ, ਮੈਂ ਬਹੁਤ ਵਧੀਆ ਵੀ ਆਉਣ ਵਾਲੇ ਸਮੇਂ ਦੀ ਸਟਾਰ ਬਣਨਾ ਇਹ ਸੋਚ ਕੇ ਮੈਂ ਆਪਦੇ ਆਪ ਨੂੰ ਮਤਲਬ ਤਕਰੀਬਨ ਮੈਂ ਜਦੋਂ ਖੇਡਦੀ ਸੀ ਇਕੱਲੀ ਹੋਈ ਮਿਹਨਤ ਲਾਈ ਜਾਂਦੀ ਹੁੰਦੀ ਸੀ। ਛੋਟੀ ਹੁੰਦੀ ਮੇਰੇ ਘਰ ਦੇ ਵੀ ਮੈਨੂੰ ਕਹਿ ਦਿੰਦੇ ਵੀ ਇਕੱਲੀ ਨਾ ਜਾਇਆ ਕਰ, ਟਾਈਮ ਮਾੜਾ। ਉਦੋਂ ਐਵੇਂ ਦੀ ਵੀ ਸੋਚ ਹੁੰਦੀ ਸੀ। ਕੁੜੀਆਂ ਵੀ ਸਾਡੇ ਪਿੰਡੋਂ ਬਹੁਤ ਘੱਟ ਹੀ ਖੇਡਦੇ ਨੇ, ਪਰ ਮੈਂ ਐਵੇਂ ਦੀ ਪਹਿਲੀ ਪਲੇਅਰ ਹਾਂ ਜਿਹੜੀ ਮੈਂ ਇਕੱਲੀ ਮਿਹਨਤ ਲਾਉਂਦੀ ਹੁੰਦੀ ਸੀਗੀ ਤੇ ਇਕੱਲੀ ਮਿਹਨਤ ਸੁਬਾਹ ਵੀ ਇਕੱਲੀ ਜਾਂਦੀ ਤੇ ਸ਼ਾਮ ਨੂੰ ਵੀ ਇਕੱਲੀ ਵੀ ਜਾਂਦੀ ਹੁੰਦੀ। ਗ੍ਰੈਜੂਏਸ਼ਨ ਕਰ ਰਹੇ ਹੋ ਤੁਸੀਂ ਤੇ ਤੁਸੀਂ ਪਹਿਲਾਂ ਵੀ ਦੱਸਿਆ ਹੋਇਆ ਕਿ ਜਿੰਨੀਆਂ ਫੀਸਾਂ ਵੀ ਜਿਹੜੀ ਸੀਗੀ ਉਹ ਤੁਸੀਂ ਆਪ ਪੇ ਕਰਦੇ ਹੁੰਦੇ ਸੀ, ਘਰਦਿਆਂ ਤੋਂ ਨਹੀਂ ਲੈਂਦੇ ਸੀ ਪੈਸੇ? ਨਹੀਂ, ਕਦੇ ਵੀ ਮਤਲਬ ਮੇਰੇ ਘਰਦਿਆਂ ਨੇ ਕਦੇ ਵੀ ਮੇਰੀ ਫੀਸ ਤੋਂ ਕਦੇ ਵੀ ਨਹੀਂ ਮੈਨੇ ਮੰਗੀ। ਜਾਂ ਤਾਂ ਫਿਰ ਜੇ ਕਈ ਵਾਰ ਫੀਸ ਵੀ ਭਰਨੀ, ਪੇਪਰਾਂ ਦੀ ਫੀਸ ਵਗੈਰਾ ਹੁੰਦੀ ਸੀ, ਐਗਜ਼ਾਮੀਨੇਸ਼ਨ ਫੀਸ, ਉਹ ਮੈਂ ਮੈਚ ਮੂਚ ਖੇਡ ਕੇ ਭਰਨੀ ਪੈਂਦੀ ਹੈ ਮੈਨੂੰ। ਉੱਦਾਂ ਮੇਰੀ ਸਕੂਲ ਦੀ ਕਾਲਜ ਦੀ ਸਾਰੀ ਫੀਸ ਮਾਫ ਸੀਗੀ। ਉੱਦਾਂ ਐਗਜ਼ਾਮੀਨੇਸ਼ਨ ਫੀਸ ਮੈਨੂੰ 2200 ਰੁਪਈਆ ਜਿੰਨੇ ਵੀ ਸਬਜੈਕਟਾਂ ਦੇ ਅਕੋਰਡਿੰਗ ਮੈਨੂੰ ਆਪ ਭਰਨੀ ਪੈਂਦੀ ਹੈ। ਉਹ ਵੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਮੈਨੂੰ ਇੱਕ ਟਾਈਮ ਦੇਣੀ, ਕਿਉਂਕਿ ਉਸ ਜਦੋਂ ਗਰਾਊਂਡ 'ਤੇ ਸਿਰ 'ਤੇ ਹੀ ਮੇਰਾ ਕਬੱਡੀ ਦੇ ਸਿਰ 'ਤੇ ਹੀ ਘਰ ਚੱਲਦਾ, ਉਹਦੇ ਵਿੱਚੋਂ ਮੈਨੂੰ ਫੀਸ ਵੀ ਭਰਨੀ ਬਹੁਤ ਔਖੀ ਲੱਗ ਜਾਂਦੀ ਹੈ, ਕਿਉਂਕਿ ਉਹ ਵੀ ਆਪ ਕਰਨਾ ਪੈਂਦਾ ਸੀ, ਕਿਤੋਂ ਨਾ ਕਿਤੋਂ ਅਰੇਂਜ ਕਰਨੀ ਪੈਂਦੀ ਸੀ, ਪਰ ਮੈਂ ਕਦੇ ਵੀ ਘਰਦਿਆਂ ਤੋਂ ਮੰਗੀ ਨਹੀਂ ਸੀਗੀ। ਸੀਨੀਅਰ ਨੈਸ਼ਨਲ ਮੈਡਲਿਸਟ ਤੁਸੀਂ ਰਹਿ ਚੁੱਕੇ ਹੋ, ਹੈ ਨਾ? ਉਸ ਤੋਂ ਬਾਅਦ ਕਿਤੇ ਹੋਰ ਤੁਸੀਂ ਕੀਤਾ ਸੀਗਾ ਟਰਾਈ? ਨਹੀਂ, ਹੋਰ ਉਸ ਤੋਂ ਬਾਅਦ ਲੋਕਡਾਊਨ ਹੋ ਗਿਆ ਜੀ। ਉਸ ਤੋਂ ਬਾਅਦ ਕਦੇ ਵੀ ਨਾ ਕੋਈ ਮਤਲਬ ਕੋਈ ਇੰਟਰਵਿਊਸਟੀ ਲੱਗੀ, ਕਦੇ ਵੀ ਮਤਲਬ ਇੰਟਰਵਿਊਸਟੀ ਦੇ ਮਤਲਬ ਇੱਥੇ ਗਈ ਸੀ ਮੈਂ ਕੈਂਪ 'ਤੇ, ਪਟਿਆਲੇ ਗਈ ਸੀ। ਉੱਥੇ ਵੀ ਸਾਰੀਆਂ ਸਿਫਾਰਸ਼ਾਂ ਸੀ, ਤਕਰੀਬਨ ਅਸੀਂ 25 ਕੁੜੀਆਂ ਦੀ ਜਿਨ੍ਹਾਂ ਦੇ ਵਿੱਚੋਂ 12 ਰੱਖਣੀਆਂ ਸੀ। ਉੱਥੇ ਵੀ ਸਿਫਾਰਸ਼ ਹੀ ਚੱਲ ਰਿਹਾ ਸੀ ਸਾਰਾ ਕੰਮ। ਸਿਫਾਰਸ਼ ਕਰਕੇ ਮੇਰੀ ਸਿਲੈਕਸ਼ਨ, ਮੇਰੀ ਪਰਫੋਰਮੈਂਸ ਵੀ ਬਹੁਤ ਵਧੀਆ ਆਈ, ਪਰ ਮੇਰੀ ਸਿਲੈਕਸ਼ਨ ਨਹੀਂ ਹੋਈ ਕਿਉਂਕਿ ਮੇਰੀ ਕੋਈ ਸਿਫਾਰਸ਼ ਨਹੀਂ ਸੀਗੀ, ਤਾਂ ਕਰਕੇ। ਬਹੁਤ ਸਾਰੇ ਹੈ ਨਾ ਤੁਸੀਂ ਮੈਡਲ ਜਿੱਤੇ ਹੋਏ ਨੇ ਤੇ ਸਰਕਾਰ ਵੱਲੋਂ ਅਸੀਂ ਇਹ ਉਮੀਦ ਕਰਦੇ ਕਿ ਤੁਹਾਡੇ ਤੱਕ ਪਹੁੰਚ ਕਰਨ। ਕੋਈ ਤੁਹਾਡੀ ਇੱਛਾ ਹੈਗੀ ਜਿਹੜੀ ਤੁਸੀਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹੋ? ਮੇਰੀ ਤਾਂ ਇਹ ਅਪੀਲ ਹੈ ਵੀ ਦੇਖੋ, ਜਿੰਨੀ ਕੁ ਮੇਰੀ ਗੇਮ ਹੈ, ਜਿੰਨੀ ਕੁ ਮੈਂ ਖੇਡਦੀ ਹਾਂ, ਜਿਹੇ ਜਿਹਾ ਮੇਰਾ ਪ੍ਰਦਰਸ਼ਨ ਹੈ, ਮੈਨੂੰ ਉਸ ਹਿਸਾਬ ਨਾਲ ਨੌਕਰੀ ਦਿੱਤੀ ਜਾਵੇ, ਕਿਉਂਕਿ ਮੇਰੇ ਘਰ 'ਚ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਜਿਸ ਕਰਕੇ ਮੈਂ ਇਹਨਾਂ ਦਾ ਢਿੱਡ ਤੋੜ ਸਕਾਂ ਜੀ। ਕਿਉਂਕਿ ਮੈਨੂੰ ਬਹੁਤ ਔਖਾ ਹੈਗਾ ਮਤਲਬ ਗੇਮ, ਇੱਕ ਟਾਈਮ ਠੰਡ ਦਾ ਵੀ ਜਦੋਂ ਟਾਈਮ ਹੁੰਦਾ ਉਦੋਂ ਮੈਨੂੰ ਬਹੁਤ ਔਖਾ ਹੋ ਜਾਂਦਾ, ਕਿਉਂਕਿ 2000 ਰੁਪਏ ਦੇ ਵਿੱਚ ਸਾਰੇ ਘਰ ਦਾ ਗੁਜ਼ਾਰਾ ਨਹੀਂ ਚੱਲ ਸਕਦਾ। ਮਤਲਬ ਲੋੜ ਮੁਤਾਬਿਕ ਮੈਨੂੰ ਉਨੀ ਕੁ ਨੌਕਰੀ ਚਾਹੀਦੀ ਹੈ। ਮੈਂ ਹੋਰ ਕੋਈ ਮੇਰੀ ਡਿਮਾਂਡ ਨਹੀਂ ਹੈਗੀ, ਮੈਨੂੰ ਕੋਈ ਪੈਸਾ ਨਹੀਂ, ਕੁਛ ਨਹੀਂ ਚਾਹੀਦਾ। ਮੈਂ ਸਿਰਫ ਇਹ ਮੰਗਦੀ ਹਾਂ ਵੀ ਮੇਰੀ ਜਿੰਨੀ ਕੁ ਮੇਰੀ ਮਿਹਨਤ ਕੀਤੀ ਹੈ, ਮੇਰਾ ਮੈਡਲ ਹੈ, ਓਨਾ ਕੁ ਮੈਨੂੰ ਫਲ ਚਾਹੀਦਾ। ਮੇਰੀ ਸਰਕਾਰ ਇਹੀ ਮੰਤਰੀਆਂ ਨੂੰ ਮੇਰੀ ਇਹੀ ਹੋਈ ਅਪੀਲ ਹੈਗੀ ਵੀ ਮੈਨੂੰ ਬਸ ਨੌਕਰੀ ਦਿੱਤੀ ਜਾਵੇ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ। ਥੈਂਕ ਯੂ ਸੋ ਜੀ, ਇਹ ਸੀ ਸਾਡੇ ਨਾਲ ਸ਼ਿੰਦਰਪਾਲ ਕੌਰ ਜਿਹੜੇ ਕਿ ਸੀਨੀਅਰ ਨੈਸ਼ਨਲ ਮੈਡਲਿਸਟ ਰਹਿ ਚੁੱਕੇ ਨੇ, ਪਰ ਦੇਸ਼ ਨੂੰ ਰਿਪਰੈਜ਼ੈਂਟ ਕਰਨ ਦੇ ਬਾਵਜੂਦ ਵੀ ਜਿਹੜਾ ਹੈ ਇਹਨਾਂ ਦੇ ਕੋਲ ਨੌਕਰੀ ਨਹੀਂ ਆ। ਘਰ ਦਾ ਗੁਜ਼ਾਰਾ ਜਿਹੜਾ ਹੈ ਉਹ ਮੁਸ਼ਕਿਲ ਦੇ ਨਾਲ ਹੋ ਰਿਹਾ ਹੈ। ਸਿਰਫ ਪਿਤਾ ਜੀ ਨੇ ਜਿਹੜੇ ਕਿ ਦਿਹਾੜੀ ਟੱਪਾ ਕਰਕੇ ਥੋੜ੍ਹਾ ਬਹੁਤਾ ਕਰਕੇ ਜਿਹੜਾ ਹੈਗਾ ਇਹਨਾਂ ਦਾ ਪੇਟ ਪਾਲਦੇ। ਸਾਡੀ ਵੀ ਸਰਕਾਰਾਂ ਨੂੰ ਇਹੋ ਅਪੀਲ ਹੈ ਕਿ ਇਹੋ ਜਿਹੇ ਹੋਣਹਾਰ ਖਿਡਾਰੀ ਜਿਹੜੇ ਨੇ ਉਹਨਾਂ ਦੀ ਬਾਂਹ ਫੜੀ ਜਾਵੇ, ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਉਹਨਾਂ ਨੂੰ ਬਣਦਾ ਉਹਨਾਂ ਦਾ ਸਤਿਕਾਰ ਦਿੱਤਾ ਜਾਵੇ। ਅਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।